अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅਸੀਂ ਸਕੂਲ ਦਾ ਜ਼ਮਾਨਾ ਸਾਰਾ ਜਿਹੜਾ ਸੀ ਨਾ ਉਹ ਇੰਝ ਸੀ ਵੀ ਪੜ੍ਹਨਾ ਇੱਥੇ ਸ਼ਹਿਰ ਅਤੇ ਛੁੱਟੀਆਂ ਪਿੰਡ ਜਾ ਕੇ ਰੱਬੇ ਗੁਜ਼ਾਰਨੀਆਂ, ਰੱਬਿਓਂ ਜਾ ਕੇ ਪਿੰਡ ਗੁਜ਼ਾਰਨੀਆਂ। ਅਤੇ ਉਸ ਵੇਲੇ ਇੱਕ ਤਫਰੀਹ ਇਹ ਵੀ ਹੁੰਦੀ ਸੀ ਕਿਉਂਕਿ ਛੁੱਟੀਆਂ ਦੇ ਵਿੱਚ ਹੀ ਬਰਸਾਤ ਹੁੰਦੀ ਸੀ ਅਤੇ ਉਹ ਸਾਉਣ ਦਾ ਮਹੀਨਾ ਜਿਹੜਾ ਉਹ ਪਿੱਤ ਮਾਰਦਿਆਂ ਅਤੇ ਮਹਿਰਾ ਅਤੇ ਗਾਂਦਿਆਂ ਸਾਰਾ ਉਹ ਇਲਾਕਾ ਜਿਹੜਾ ਉੱਥੇ ਹੀ ਗੁਜ਼ਰਨਾ। ਅਤੇ ਉਸ ਵੇਲੇ ਆਪਣੇ ਆਪਣੇ ਸ਼ੌਕ ਵੀ ਹੁੰਦੇ ਸਨ। ਉਹਨਾਂ 'ਚ ਇੱਕ ਇਹ ਸੀ ਕਿ ਜਿਸ ਟਾਈਮ ਬਰਸਾਤ ਹੋਵੇ, ਇਹ ਬਰਸਾਤ ਮੈਂ ਬਾਰ ਬਾਰ ਵਿੱਚ ਲਫ਼ਜ਼ ਬੋਲਦਾ ਤਾਂ ਪਿਆ ਹੈ ਉਰਦੂ ਦਾ, ਲੇਕਿਨ ਉਹ ਕਈਆਂ ਦਾ ਦਿਲ ਹੋਣਾ ਬਈ ਇਹਨੂੰ ਮੈਂ ਜ਼ਰੂਰ ਸਾਉਣ ਭਾਦਰੋਂ ਅਤੇ ਸਾਉਣ ਹੀ ਆਖਾਂ ਝੜੀ। ਅਤੇ ਉਹ ਝੜੀ ਦੇ ਵਿੱਚ ਸਾਰਾ ਦਿਨ ਖੱਜਲ ਖੁਆਰ ਹੋ ਕੇ ਫਿਰ ਬਾਅਦ ਵਿੱਚ ਬੂਟੇ ਖੱਗ ਕੇ ਲਿਆਉਣੇ ਅਤੇ ਫਿਰ ਉਹ ਲਾਣੇ ਆਪਣੇ ਆਪਣੇ। ਕਈਆਂ ਦੇ 2-4 ਮਹੀਨੇ ਚੱਲਣੇ, ਕਈਆਂ ਦੇ ਵਿੱਚੋਂ ਕੋਈ ਪਲ ਵੀ ਪੈਣਾ। ਉਸ ਵੇਲੇ ਸਾਨੂੰ ਕਿਸੇ ਦੱਸਿਆ ਵੀ ਇਹ ਟਾਹਲੀਆਂ ਦੀਆਂ ਜਿਹੜੀਆਂ ਨਾ ਇਹ ਛਮਕਾਂ ਲਾਈਏ ਤਾਂ ਉਹ ਵੀ ਉੱਗ ਖਲੋਂਦੀਆਂ ਨੇ। ਉਹ ਅਸੀਂ ਇੱਕ ਪਾਸੇ ਭੱਜਦੇ ਦੌੜਦੇ ਨਾ ਆਪਣੀ ਰੀਝ ਲਾਂਦੇ ਵਾਪਸੀ, ਅਤੇ ਮੈਂ ਅਤੇ ਇੱਕ ਮੇਰਾ ਕਜ਼ਨ ਅਸੀਂ ਵੀ ਉੱਥੋਂ ਛਮਕਾਂ ਪੱਟ ਲਿਆਂਦੀਆਂ ਜਾਂ ਕੋਈ ਮਾੜੀ ਮਾੜੀ ਜੜ ਵੀ ਹੋਵੇ ਦੇ ਵਿੱਚ। ਉਹ ਜਸਟ ਜਿਹਨੂੰ ਆਉਂਦੇ ਨਾ ਬਚਪਨਾ ਤੋਂ ਉਹਦੇ 'ਚ ਬੇਵਾ ਮੈਂ ਬੂਟੇ ਲਾਉਣ ਲੱਗਾ। ਮੇਰਾ ਸਾਡਾ ਇੱਕ ਕਿੱਲਾ ਸੀ ਉੱਥੇ ਨਹਿਰੀ ਇਲਾਕੇ 'ਚ, ਉਹ ਮੈਂ ਉਹਦੇ ਖਾਲ ਦੇ ਉੱਤੇ ਉਹ ਲਾ ਦਿੱਤੀ। ਇਹ ਹੁਣ ਥੋੜ੍ਹੀ ਜਿਹੀ ਤਮੀਜ਼ ਤੁਹਾਨੂੰ ਲੱਗਣੀ ਅਤੇ ਅਜੀਬ ਅਜੀਬ ਤਾਂ ਤੁਹਾਡੇ ਨਾਲ ਕੀ ਤਾਲੁਕ ਬਣ ਜਾਂਦਾ ਉਹਨੇ ਗੱਲ ਕਰਦੇ ਪਿਆ। ਉਹ ਟਾਹਲੀਆਂ ਲਾਈਆਂ, ਉਹਨਾਂ ਨੂੰ ਪਾਣੀ ਪੂਣੀ ਆਉਂਦਾ ਰਿਹਾ। ਅੱਗੋਂ ਮੁੰਜੀ ਸ਼ੁੰਜੀ ਦਾ ਮੌਸਮ ਸੀ, ਉਹ ਬੂਟਾ ਮਾਰ ਗਈਆਂ, ਜੜ ਛੜ ਪੜ ਗਈਆਂ ਉੱਥੇ। ਉਹਦੇ ਬਾਅਦ ਅਸੀਂ ਸਕੂਲੋਂ ਕਾਲਜ ਉਹ ਟਾਹਲੀਆਂ ਭੁੱਲੀਆਂ ਰਹੀਆਂ। ਉਸ ਵੇਲੇ ਤੱਕ ਟਾਹਲੀਆਂ 'ਤੇ ਕੱਦ ਕਰ ਗਈਆਂ ਚੰਗਾ ਭਲਾ। ਜਿਹੜੇ ਵੇਲੇ ਉਹਨਾਂ ਨੂੰ ਕੋਈ 10-12 ਸਾਲ ਲੰਘ ਗਏ, ਬਲਕਿ ਇਸ ਤੋਂ ਵੀ ਜ਼ਿਆਦਾ, ਉਹ ਸੱਦ ਪੋਛੇ 'ਚ ਹੋਣ ਲੱਗ ਪਈਆਂ। ਅਤੇ ਫਿਰ ਉਹ ਰੁੱਖ ਬਣ ਗਏ। ਰੁੱਖ ਬਣ ਜਾਣ ਅਤੇ ਟਾਹਲੀ ਚੰਗੀ ਭਲੀ ਮਹਿੰਗੀ ਹੁੰਦੀ ਹੈ। ਉਹ ਲੰਘਦਿਆਂ ਕਦੀ ਪਠਾਣਾ ਮੁੱਲ ਆ ਜਾਣਾ, ਕਦੀ ਕਿਸੇ ਉਂਝ ਮੰਗ ਲੈਣੀ ਵਿੱਚੋਂ ਇੱਕ ਅੱਧੀ। ਅਤੇ ਉਹ ਮੇਰੇ ਵਾਲਦ ਸਾਹਿਬ ਉਹਨਾਂ ਆਖਿਆ ਤੇਰੀਆਂ ਟਾਹਲੀਆਂ ਤਾਂ ਚੰਗੇ ਭਲੇ ਪੈਸੇ ਦੇਣ ਲੱਗੀਆਂ ਨੇ। ਮੈਂ ਕਿਹਾ ਚਲੋ ਚੰਗੀ ਗੱਲ ਜੇ ਦਿੰਦੀਆਂ ਨੇ ਤਾਂ ਫਿਰ ਮੈਨੂੰ ਹੀ ਦੇ ਛੜਿਆ ਜੇ। ਉਹ ਪਰ ਕਿਹਨੇ ਦੇਣੇ ਸਨ ਮੈਨੂੰ। ਖੈਰ ਅੱਗੇ ਹੁਣ ਜਿਹੜੀ ਨਾ ਅਸਲ ਗੱਲ ਅੱਗੇ ਆਉਣ ਲੱਗੀ ਹੈ। ਜਿਹੜੇ ਪਾਸੇ ਮੈਂ ਬੰਨੇ ਦੇ ਉੱਤੇ ਟਾਹਲੀਆਂ ਲਾਈਆਂ ਸਨ ਉਸ ਪਾਸੇ ਖਾਲ ਨਹੀਂ, ਐਵੇਂ ਪਤਲੀ ਜਿਹੀ ਖਾਲੀ ਸੀ, ਪਰ ਉਹ ਚੂੰਕਿ ਪਈਆਂ ਸਨ ਪਲ। ਖਾਲੀ ਜਿਹੜੀ ਸੀ ਉਹ ਸਾਡੇ ਵਾਲੇ ਕਿੱਲੇ ਦੀ ਹੱਦ ਦੇ ਅੰਦਰ ਸੀ। ਉਸ ਵੇਲੇ ਜਿਹੜਾ ਨਾਲ ਦਾ ਕਿੱਲਾ ਸੀ ਉਹਨਾਂ ਜਿਹੜੇ ਪੱਕ ਹੋ ਗਿਆ ਨਾ, ਪਠਾਣ ਸ਼ਠਾਣ ਸੱਦ ਕੇ ਅਤੇ ਰੋਜ਼ ਮੁੱਲ ਲਵਾਉਂਦੇ ਨੇ ਅਤੇ ਵਿੱਚ ਉਹਨੇ ਤਾਂ ਉਹ ਉਸ ਜ਼ਮਾਨੇ 'ਚ ਮਤਲਬ ਕੋਈ ਲੱਖ ਸਵਾ ਦੀਆਂ ਬਣ ਜਾਣੀਆਂ ਸਨ ਟਾਹਲੀਆਂ। ਉਹਨਾਂ ਆਖਿਆ ਬਈ ਇਹਨਾਂ 'ਤੇ ਹੁਣ ਦਾਅਵਾ ਕਰੀਏ। ਉਹਨਾਂ ਆਖਿਆ ਇਹ ਖਾਲ ਜਿਹੜਾ ਨਾ ਇਹਦੇ ਇੱਕ ਬੰਨੇ 'ਤੇ ਜਿਹੜੀ ਹੈ ਉਹ ਸਾਡੀ ਹੈ ਅਤੇ ਤੁਹਾਡੇ ਅੱਧੀਆਂ ਜਿਹੜੀਆਂ ਨੇ ਉਹ ਤੁਹਾਡੀਆਂ ਨੇ। ਬੜਾ ਪਿੱਟਿਆ ਉਹਨਾਂ ਨੂੰ ਵੀ ਖਾਲ ਤਾਂ ਇਸ ਪਾਸੇ ਹੈ ਹੀ ਕੋਈ ਨਾ, ਖਾਲ ਤਾਂ ਦੂਜੇ ਪਾਸੇ ਵੇ, ਅਤੇ ਇਹ ਜਿਹੜੀ ਹੈ ਇੱਕ ਖਾਲੀ ਜਿਹੀ ਬਣੀ ਹੈ ਲੇਕਿਨ ਉਹ ਵੀ ਸਾਡੇ ਆਪਣੇ ਹਿੱਸੇ 'ਚ। ਅਤੇ ਜੇ ਇਹ ਖਾਲ ਹੋਵੇ ਤਾਂ ਪਿੱਛੋਂ ਚੱਲੇ ਅਤੇ ਅਗਾਂਹ ਤੱਕ ਜਾਏ। ਇਹ ਕੀ ਵਜ੍ਹਾ ਹੈ ਕਿ ਖਾਲੀ ਜਿਹੜੀ ਹੈ ਸਾਡੇ ਕਿੱਲੇ 'ਚ ਕਿਉਂ ਮੁੱਕ ਜਾਂਦੀ ਹੈ, ਅੱਗੇ ਪਿਆ ਆ ਜਾਂਦਾ। ਇਹ ਜਾਂਦਾ ਕਿੱਧਰ ਪਿਆ ਖਾਲ। ਕੋਈ ਨਾ ਦਲੀਲਾਂ ਸ਼ਲੀਲਾਂ ਮੰਨਣ ਪੈ ਜੇ। ਜਿਸ ਵੇਲੇ ਬੰਦਾ ਢਿੱਡੋਂ ਬੇਈਮਾਨ ਹੋ ਜਾਏ ਤਾਂ ਉਹਦੇ ਨਾਲ ਫਿਰ ਕਿਹੜੀ ਬਹਿਸ ਹੁੰਦੀ। ਉਹ ਮੈਂ 1-2 ਵਾਰੀ ਗਿਆ ਅਤੇ ਉਹਨਾਂ ਆਖਿਆ ਜੀ ਟਾਹਲੀਆਂ ਸਾਨੂੰ ਕੋਈ ਨਹੀਂ ਪਟਾਣ ਦੇਣੀਆਂ, ਸਾਡੀਆਂ ਅੱਧੀਆਂ ਨੇ ਵਿੱਚੋਂ। ਮੈਂ ਆਖਿਆ ਚਲੋ ਜੇ ਅੱਧੀਆਂ ਕੀ ਕਰਨੀਆਂ ਨੇ, ਜੇ ਟਾਹਲੀਆਂ ਤੁਹਾਡੇ ਹਿੱਸੇ 'ਚ ਨੇ ਤੁਸੀਂ ਸਾਰੀਆਂ ਰੱਖ ਲਓ, ਅਤੇ ਜੇ ਟਾਹਲੀਆਂ ਮੇਰੇ ਹਿੱਸੇ 'ਚ ਨੇ ਤਾਂ ਫਿਰ ਤਾਂ ਮੈਂ ਪਟਣੀਆਂ ਨੇ ਅਤੇ ਵੇਚਣੀਆਂ ਵੀ ਨੇ। ਉਹ ਹੁਣ ਬਹਿਸ ਹੋਣ ਲੱਗ ਪਈ ਵੀ ਜੀ ਇਹ ਕਿੱਲੇ ਦੀ ਹੱਦ ਬਰਾਰੀ ਅਤੇ ਉਹਦੇ ਕਰੋ ਮਾਰੋ ਅਤੇ ਉਹ ਕੱਛੋ। ਇੱਥੇ ਹੁਣ ਅਸਲ ਗੱਲ ਆਈ ਹੈ ਜਿਸ ਵਾਸਤੇ ਤੁਹਾਨੂੰ ਇਹ ਸਾਰੀ ਕਹਾਣੀ ਛੇੜੀ ਸੀ। ਉਹਨਾਂ ਆਖਿਆ ਭੱਜ ਕੇ ਲੜ ਤਾਂ ਪਵੀ ਤਾਂ ਨਹੀਂ, ਪਿੰਡਾਂ 'ਚ ਬਰਾਦਰੀਆਂ ਪੱਤੀਆਂ ਹੁੰਦੀਆਂ ਨੇ। ਉਹਨਾਂ ਆਖਿਆ ਗੱਲ ਇੰਝ ਕਿ ਉਮਰਾ ਸ਼ਾਹੂ ਦਾ ਜਿਹੜਾ ਨਾ ਉਹ ਜ਼ਮੀਨ ਕੱਛਦਾ ਤਾਂ ਮਤਲਬ ਨਾਪਦਾ ਕਰੂ ਮਾਰ ਕੇ ਜਾਂ ਜਿਵੇਂ ਕਰਕੇ ਵੀ ਉਹਦਾ ਦਿਲ ਹੋਵੇ। ਅਤੇ ਮੈਂ ਕਿਹਾ ਜੀ ਸੱਦੋ ਫਿਰ ਉਮਰੇ ਸ਼ਾਹੂ ਦੇ ਨੂੰ। ਉਹਨਾਂ ਆਖਿਆ ਸੀ ਉਮਰਾ ਸ਼ਾਹੂ ਦਾ ਜਿਹੜਾ ਕੁੱਤਿਆਂ ਦੀ ਲੜਾਈ ਵੇਖਣ ਗਿਆ ਉਹਦੇ 'ਚ ਉਸ ਮੁਨਸਫੀ ਕਰਨੀ ਕਿਸੇ ਹੋਰ ਪਿੰਡ। ਮੈਂ ਹੁਣ ਇੱਥੋਂ ਰੱਬਿਓਂ ਗਿਆ ਸਾਂ, ਮੈਂ ਮਤਲਬ ਸਲਾਹ ਇਹੀ ਸੀ 2-4 ਘੰਟਿਆਂ ਦੀ ਗੱਲ ਹੈ, ਪਿੰਡ ਕਿੰਨਾ ਕੁ ਦੂਰ ਸੀ। ਉਹਨਾਂ ਆਖਿਆ ਹੁਣ ਰਾਤ ਰਵੋ
उमरा शाहू का कुत्तियां वाले जलसे तो हाल वो कुत्तियां की लड़ाई में जलसा आते हैं तो आके तो फिर वो कच देता फिर पर मुका दे दी गल तुहाडी। मैं कही नहीं फिर रहन दो मैं जाना। वो साढ़े ना एक अजीज भाई फयाज अहमद उन्हें आख्या तैर एवें हुण तू जिद फड़ ली है उमरा शाहू दा आवे दा जो कच ले तू रात क्यों नहीं रहिंदा इत्थे। मैं नहीं भाई मैं चला टालियां हुण किसी होर तरीके नाल वेच लांदे ते वो आखन तू जिद क्यों फड़ी उन्होंने तो मैं परता कोई ना दिता। तो जो मैं बाहर डेरे च निकलिया तो मैं किसी बंदे नूं आख्या मैं कि जेड़ा बंदा कुत्तियां दी लड़ाई का मुनसफ है उन्होंने मैं जज किवें मान लवां अपने इत्थे फैसले का। तो जे अज मैं एक बारी उमरे शाहू दी अदालत तरीक भुगत ली तो सारी उम्र वास्ते तो प्रेसिडेंट सैट हो गई एक नज़ीर कायम हो गई भी जो कुत्तियां दी लड़ाई के फैसले करता है वो बंदियां दी भी लड़ाई दे कर लेंदा। इस वास्ते मैं इंज कोई नहीं करना। बाद किवें करके मुड़ बेचियां की होया वो एक बात की गल है। जेड़े वेले परसों गल की कल वाले प्रोग्राम च लोगों ने पसंद भी किया कि जी ठीक है अच्छे सवालात उठाए ने। वो जिहड़े सवालात मैं अपने उर्दू प्रोग्राम में उठाए सन सियालकोट के वाक़े के हवाले नाल उन्होंने फरदन वो कागज़ मेरे सामने पिया तफसील नाल गल होंदी रवे दी हाली बड़े दिन वो गल होनी है एक अद्धे दिन वाली गल नहीं वो। एक गल अलबत्ता अज टालियां ते उमरे शाहू दे कुत्तियां दे जलसे दे फैसले करन तो बाद मेरा उनकी अदालत और उहदी अथॉरिटी नूं तस्लीम ना करना अज रैलेवेंट है। ये ताहिर अशरफी पूरे पाकिस्तान वेख्या तो जियो दे एंकर फुस फुस करके हसदे सन पे अगों तो पची हुंदे सन पे जेड़े वेले ये अपने आप अपने वस च नहीं सी ते टीवी की स्क्रीन ते आके बह गया मतलब और पूरे आवास भी कोई नहीं सी गल भी कोई नहीं सी ज़बान भी लड़खड़ांदी सी पई। इनू अज इन्होंने ये जिहड़ा सियालकोट वाला वाक़या होया है उहदे आस्ते इंटरनेशनल लैवल ते बैनुल अकवामी सतह की फेस सेविंग पाकिस्तान दे वल्लों सद पुछ फैसला कुन किरदार अदा करने लई अगे कीता। जिहड़ी हुकूमत ताहिर अशरफी दी वकालत नाल अपनी बैनुल अकवामी हैसीयत बचांदी पई है उन्हें उमरे शाहू दे दी अदालत दे विच अपना उहदी अथॉरिटी मन के फैसला सुनाने वास्ते उन्होंने आख्या भी आजा तू उधरों कुत्तियां दे फैसले करया कर आके साडे भी कर लिया कर। पूरी हुकूमत पूरी एस्टैबलिशमेंट किहड़े लालच नूं उहनूं अगे पे करती है इस लालच नूं कि सारे पाकिस्तान दा बेड़ा गर्क कीता मौलवियां ने जिन्होंने उलमा मशाइख आंदे ने इन्ना ही तो फड़ के बेड़ी रोड़ी तो जिन्हें मतलब मूँह तो दाड़ी शाड़ी रख के तो इहो जिहियां गल्लां जिहड़ा कर लैंदा होवे उहनूं अगे करो और डेमुआं या जहरीलियां बंदियां दा वास्ते जिहड़ी गल करनी है वो इहदे कोलों करवा लो तो यह बाकी जिहड़े फैसले ने वो असीं आपे उतले लैवल ते बैठ के कर लांदे कोई NDC च हो जाते कोई साडी जिहड़े वेले पूरे पाकिस्तान वालों आल पार्टीज़ इकट्ठियां करके तो सलामती कौंसल तो सिक्योरिटी कौंसल के बड़े बड़े इजलास जिहड़े ने वो असीं आप उन्हां 'च फैसले कर लांदे। लेकिन रिट इहदी इन्हां ने मन्नी। मैं ये नहीं आंदा भी मेरे चलो शऊर ज़्यादा सी लेकिन मैंने इन्ना तो पता सी भी जिहड़ा बंदा दिहाड़ी सारी कुत्तियां दे फैसले करके आया उहदे कोल मैं बंदियां 'च बैठ क्यों फैसला करवावां जिहदा ज़ौक ही इस लैवल दा है कि वह कुत्तियां दी लड़ाई दे विच सदारतां करदा फिरदा जाके उहदी मैं जाके तो भरिया पंचायत दा उहनूं सरपंच मन्ना तो उहनूं आखां तूं कच्छ ते तूं मैनूं फैसले करके ते जे उत्थे वो टालियां दा मेरा मफाद उस वेले अज तो 20 साल पहलां जे मतलब मैनूं वो लाख 2 लाख दा मफाद सी तो मैं उस मफाद दे उत्ते कंप्रोमाइज़ न किया कि नहीं बंदा वेख के तो उहदी भरिया बहना एवें नहीं भी जिहदा दिल करे उदों कुत्तियां दे फैसले करे तू साडे करे। ये दसो भी इनू किहड़ी बुनियाद ते इन्होंने अगे लाए है टाइटल दे लेना या उन्होंने कुछ 6 हफ्ते सऊदीया रख के तो उस दे बाद वो अगे लगे तो वो फैसले करे।
ये सारे पिछे लगन। एक गल तो मैनूं दसो कि फॉरन ऑफिस जिहड़ा हुंदा है या फॉरन वजीर खारजा जिहड़ा हुंदा है उहदा तो हुंदा है कि उहदा मूँह देना हुंदा उन्हें लोकां नूं। पूरी दुनिया दे विच वजीर खारजा की सतह ते ही जाके डिप्लोमैटिकली मामलात नूं हैंडल भी किया जाता है। हुकूमतां नाल गल थ्रू वजीर खारजा करदियां ने, थ्रू वजारत खारजा करदियां ने। ये नुकसान दूसरे मुल्क का होया, उन्हां दी अपनी श्रीलंका वालियां दी एक तरह का एक सोवरेनिटी दे उत्ते भी क्वेश्चन मार्क बनया। उन्हां दे शहरी नूं पाकिस्तान का जिहड़ा तुहाडा पासपोर्ट कभी खोल के पढ़िया जो उहदे उत्ते जिथे तस्वीर लगी हुंदी उहदे तो पहले सफ़े दे उत्ते एक डेकोरम दे नाल एक फिकरा लिखिया हुंदा कि इन द नेम ऑफ प्रेजिडेंट ऑफ पाकिस्तान इट इज़ रिक्वेस्टेड एंड रिक्वायर्ड। वो पूरी दुनिया उस फिक्रे नूं मनदी है। क्यों कि उहदी एक हैसीयत है कि किस नाम तो गल की जा रही है। रियासतां दे एक प्रोटोकॉल्स हुंदे ने, रियासतां दे डेकोरम्स हुंदे ने। तुसीं ते अपने डेकोरम ते अपने प्रोटोकॉल दे सिर च आप खे पा ली कि जिहड़े वेले उन्हां दा जनाजा उन्होंने हैंडओवर किया जाएगा, जिहड़े वेले उस दे हवाले नाल प्रैस कानफ्रेंसां कीतियां जाणदियां, ताज़ीती इजलास किए जाणदे, उत्थे मौलवी इकट्ठे करके उन्हां दे विच मूँह कौन देगा तुहाडा वजारत खारजा की जगह ते ताहिर अशरफी देगा, स्पैशल एडवाइज़र टू द प्राइम मिनिस्टर। कादे वास्ते पहले ये दसो स्पैशल एडवाइजरी कादी लई है? कोई उत्थे कोई फाइनांस का मसला फसे है, किते दुनिया दी हुकूमतां नाल गल्लां करनियां सन ते वो किसी होर नूं करनियां नहीं आउंदियां। स्पैशल एडवाइज़र बनाया कादे लई सी भला? ये तो इन्हां को पुछो। एडवाइज़र नूं छड्ड दिओ, प्राइम मिनिस्टर नूं कोई पुछ ले। वो इस वास्ते कीता सने फिर सानू असां ये जेहड़े डीप स्टेट धड़े ने ना ये असां रखने ने। इन्हां दी सलाह सी कि और अज तक है, अगर ये सिंसीयर होंदे या सीरीयस होंदे, इन्हां दा काम सी कि जेहड़ियां कवानीन दी मौजूदगी और जिन्हां कवानीन दे इनह्यूमन होण दे उत्ते सारे धड़े गल कर रहे हैं। जावेद गांधी साहब ने, चलो जी असी तो गल करिए तो तुहानूं खिआउण जी पैण लग पौंदी है भी ये आम दियां गल कीती। जे मिर्ज़ा साहब की कोटेशन दईए तो तुहाडे वो संगों नहीं लैंदी भी वो जे तो फिर होए जू मुनकर नाउज़ बिल्ला मिन ज़ालिक असीं ते आखां दे। लेकिन ए हुण गांधी साहब किहड़े मुनकर जे? वो तो नहाते धोते आलम, मतलब एनलाइटेंड। उन्हें साफ लफ्ज़ां च आख्या कि अज़रूए कुरान और अज़रूए सुन्नत अज़रूए हदीस किसे सूरत किसे माखिज़ दे रूह नाल तौहीन दे कवानीन दी कोई सनद नहीं मिलती। फिर वसतुल्ला खान साहब होरां दे प्रोग्राम में स्कॉलर आए सन, खालिद साहब, उन्हें भी तोड़ो तोड़ गिण के लियांदी तो उन्हें एको गल की। लेकिन मैनू दिल खुश कुन हैरत हुई कि तुहानूं ते जुत्तियां च अग भरी तो फिर इस स्कॉलर लभ के तुसां लियांदे ना। साडी तो किसी तरह की कोई पैर नहीं सन सड़े। नॉर्मल गल करदे होया कई साल पहले, 2-3 दहाइयां पहला, इमाम जमात अहमदिया मिर्ज़ा ताहिर अहमद साहब ने वाज़े तौर पर दस्या कि यह जिहड़े तौहीन दे कवानीन ने उन्हां दी सनद अज़रूए कुरान और अज़रूए सुन्नत है ही कोई नहीं। और उहदे च उन्होंने जिहड़ी आयत कोट की कि जिहड़ा इन्होंने कहा कि कुरान शरीफ कि अल्लाह ने बेटा बना लिया, बड़ा इन्ना कलमा है कुफर, इन्ना सख्त कलमा है कि करीब है कि ज़मीन आसमान फट जान। ये मफहूम का तर्जमा मैं दस रहा। एग्जैक्ट यही आयत वो जिहड़े वसतुल्ला खान साहब ने स्कॉलर पेश लियांदे उन्होंने भी यही कोट की। और उत्थे ज़रार खोड़ो, मुबशर जैदी और वसतुल्ला खान कह रहे सन कि सानू बड़ा एजुकेट किया। कॉम्पलीमेंट की हद तक तो गल ठीक है, लेकिन तुसीं सद पुछ शरीफाना गल करने वाले बहुत अच्छे लोग हो, तो तुहानू भी ये गल हुण एजुकेट भी होंदी है। तो साडे तो बच्चे नूं पता भी ये झूठ मारते हैं मौलवी। सिर्फ गल इन्नी है, सानू मौलवी नूं झूठा आखना इस वास्ते सौखा है कि
ਅਸੀਂ ਪਹਿਲਾਂ ਸਾਰੀ ਦਰਿਆ ਦੇ ਵਿੱਚ ਖਲੋ ਕੇ ਫਿਰ ਅਸੀਂ ਬਾਰਿਸ਼ ਕੋਲੋਂ ਕਿਉਂ ਡਰੀਏ। ਸਾਨੂੰ ਪਹਿਲੇ ਦਿਨ ਦਾ ਪਤਾ ਲੱਗ ਗਿਆ ਸੀ ਜਿਸ ਵੇਲੇ ਮਿਰਜ਼ਾ ਸਾਹਿਬ ਦੀ ਮੌਜੂਦਗੀ, ਉਹਨਾਂ ਦੀ ਬਸਤ, ਉਹਨਾਂ ਦਾ ਦਾਵਾ, ਉਹਨਾਂ ਨੂੰ ਕਬੂਲ ਕਰਨਾ, ਉਹਨਾਂ ਦੀ ਮੁਖਾਲਫਤ, ਇਹਨਾਂ ਸਾਰੀਆਂ ਚੀਜ਼ਾਂ ਦੀ ਬੁਨਿਆਦ ਜਿਹੜੀ ਸੀ ਉਹ ਕਾਇਮ ਹੀ ਇਸ ਚੀਜ਼ 'ਤੇ ਸੀ ਕਿ ਤੁਹਾਡਾ ਮੌਲਵੀ ਝੂਠਾ ਹੈ, ਤੁਹਾਡਾ ਮੌਲਵੀ ਬਦਦਿਆਨਤ ਹੋ ਚੁੱਕਿਆ, ਤੁਹਾਡਾ ਆਲਮ ਦੀਨ ਜਿਹੜਾ ਉਹਨੇ ਦੁਕਾਨਦਾਰੀ ਬਣਾ ਲਈ। ਇਹ ਗੱਲ ਤੁਹਾਨੂੰ ਅਸੀਂ ਆਂਦੇ ਸਾਂ, ਤੁਹਾਡੇ ਮੂੰਹ ਲਾਲ ਹੋ ਜਾਂਦੇ ਸਾਂ। ਹੁਣ ਮੀਡੀਆ ਦੇ ਉੱਤੇ ਬਹਿ ਕੇ ਸਾਰੇ ਗੱਲ ਪੇ ਕਰਦੇ ਹੋ, ਲੇਕਿਨ ਇੱਕ ਚੀਜ਼ ਨੋਟ ਮੈਂ ਕੀਤੀ ਹੈ, ਉਹ ਇਹ ਵੇ, ਇੱਕ ਆਸ਼ਰ ਅਜ਼ੀਮ ਦਾ ਇੱਕ ਪ੍ਰੋਗਰਾਮ ਛੱਡ ਕੇ ਜਿੱਥੇ ਉਹ ਨਾਂ ਲਿਆ ਗਿਆ ਅਹਿਮਦੀਆਂ ਦਾ, ਬਾਕੀ ਹੁਣ ਸਾਰਿਆਂ ਨੂੰ ਨਜ਼ਰ ਪਿਆ ਹੁੰਦਾ ਕਿ ਇਹ ਗੱਲ ਉਹ ਅਹਿਮਦੀਆਂ ਦੇ ਕਵਾਨੀਨ ਤੋਂ ਸ਼ੁਰੂ ਕਰਨੀ ਜੇ ਉਦੋਂ ਪਹਿਲਾਂ ਤੁਹਾਡਾ ਦਿਲ ਹੋਵੇ ਵੀ ਤੁਸੀਂ ਇਸ ਗੱਲ ਨੂੰ ਅੱਧ ਲੱਖ ਚੋਂ ਕਿਤੇ ਮੁਕਾ ਲਵੋ ਦੇ, ਜਾਂ 10 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਜਾਂ 15 ਸਾਲ ਜਾਂ ਤੁਹਾਡੀਆਂ ਗੈਟ ਟੂਗੈਦਰ ਅਤੇ ਇਹ ਤਾਹਿਰ ਅਸ਼ਰਫੀ ਦੇ ਜ਼ਰੀਏ ਇਕੱਠੀ ਕੀਤੀ ਹੋਈ ਉਲਮਾ ਮਸ਼ਾਇਖ ਬੋਰਡ ਦੇ ਜ਼ਰੀਏ ਅਮਨ ਆਲਮ, ਇਹ ਗੱਲ ਨੂੰ ਭੁੱਲ ਜਾਓ। ਇੰਜ ਹੋਣਾ ਕੋਈ ਨਹੀਂ। ਹੋਣਾ ਇਸ ਵਾਸਤੇ ਨਹੀਂ ਕਿ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਹੁਣ ਇਹਦੇ ਉੱਤੇ ਮਿੱਟੀ ਪਾ ਪੂ ਕੇ ਮਾਰਦਾ, ਜਦੋਂ ਦਿਲ ਕਰੇ ਖੱਚ ਮਾਰ ਲੈਂਦਾ, ਉਹ ਅੱਗੇ ਹੋ ਕੇ ਡੱਕਦਾ ਕੋਈ ਨਹੀਂ। ਜਿਹੜੇ ਵੇਲੇ ਪਰਵੇਜ਼ ਲਈ ਨਿਕਾਹਨਾਮੇ ਦੇ ਵਿੱਚ ਖਤਮੇ ਨਬੂਵਤ ਦੀ ਛਿੱਕ ਪੇ ਪਾਉਂਦਾ ਸੀ, ਪਤਾ ਤਾਂ ਤੁਹਾਨੂੰ ਹੈ ਸੀ ਕਿ ਖਚਰਾ ਜਿਹੜਾ ਸਿਰਫ ਮਸਖਰੇਪਨ ਪਿਆ ਕਰਦਾ, ਪਰ ਤੁਹਾਨੂੰ ਜ਼ਰੂਰਤ ਹੋਈ ਕਿਉਂ? ਤੁਹਾਨੂੰ ਪਤਾ ਸੀ ਇਹ ਟਾਰਗੇਟ ਹੀ ਸਿਰਫ ਅਹਿਮਦੀਆਂ ਨੂੰ ਪਿਆ ਕਰਦਾ, ਕਿਉਂਕਿ ਤੁਹਾਡੇ ਖਿਆਲ ਵਿੱਚ ਅਹਿਮਦੀ ਖਤਮੇ ਨਬੂਵਤ ਦੇ ਮੁਨਕਰ ਨੇ। ਇਹ ਹੁਣ ਅੱਜ ਮੈਂ ਇੱਕ ਵੀਡੀਓ ਵੇਖੀ ਹੈ, ਉਹ ਜਿਹੜਾ ਪਟਿਆਲਾ ਵਜ਼ੀਰ ਹੈ ਅਲੀ ਮੁਹੰਮਦ, ਉਹ ਸਕੂਲ 'ਤੇ ਜਾ ਕੇ ਵਾਈਟ ਬੋਰਡ 'ਤੇ ਲਿਖ ਕੇ ਉਹ ਸਵਾਲ ਲਿਖਿਆ ਜੀ, ਆਪ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕਿ ਕੌਣ ਨੇ ਨਾਮ ਨੇ ਉੱਤੇ ਲਿਖਿਆ। ਉਹ ਬੱਚੇ ਵਿਚਾਰੇ ਨੇ ਸਾਦਗੀ ਨਾਲ ਉਹਨੂੰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਮੁਹੰਮਦ ਤੱਕ ਤਾਂ ਪਤਾ ਸੀ, ਉਹਨੂੰ ਲਿਖ ਦਿੱਤਾ। ਉਹਨਾਂ ਕਿਹਾ ਹਾਂ ਇੰਜ ਨਹੀਂ, ਅੱਗੇ ਉਹ ਖਾਤਮ ਨਬੀਨ ਮਾਰਕਰ ਨਾਲ ਲਿਖ ਕੇ ਫਿਰ ਸਿਖਾਉਂਦਾ। ਨਿਰੀ ਖਾਤਮ ਨਬੀਨ, ਮੇਰਾ ਪਹਿਲੇ ਦਿਨ ਦਾ ਸਵਾਲ ਹੈ ਕਿ ਅਲੀ ਮੁਹੰਮਦ ਸਾਹਿਬ ਜਦੋਂ ਤੱਕ ਤੁਸੀਂ ਜੰਮੇ ਨਹੀਂ ਸੋ ਅਤੇ ਤੁਸੀਂ ਵਜ਼ੀਰ ਨਹੀਂ ਸੋ ਬਣੇ, ਉੱਥੋਂ ਪਹਿਲਾਂ ਕੁਰਾਨ ਸ਼ਰੀਫ 'ਚ ਇਹ ਆਇਤ ਮੌਜੂਦ ਸੀ ਕਿ ਮਾ ਕਾਨਾ ਮੁਹੰਮਦ ਅਬਾ ਅਹਦ ਮਿਨ ਰਿਜਾਲਿਕੁਮ ਵਲਾਕਿਨ ਰਸੂਲ ਅੱਲਾਹ व ਖਾਤਮ ਨਬੀਨ। ਜਦੋਂ ਤੱਕ ਪਾਕਿਸਤਾਨ ਦੇ ਪਾਰਲੀਮੈਂਟ 'ਚ ਤੁਹਾਡੀ ਤਰ੍ਹਾਂ ਦੇ ਅਪਰਚੂਨਿਸਟ ਵਜ਼ੀਰਾਂ ਦਾ ਵਕਤ ਨਹੀਂ ਸੀ ਆਇਆ, ਉਦੋਂ ਇਸ ਆਇਤ ਦਾ ਕੀ ਸਟੇਟਸ ਸੀ। ਪਿਛਲੀਆਂ 15 ਸਦੀਆਂ ਜਿਹੜੀਆਂ ਗੁਜ਼ਰੀਆਂ ਨੇ ਉਹਨਾਂ ਦੇ ਵਿੱਚ ਇਸ ਆਇਤ ਦਾ ਕੀ ਮਫਹੂਮ ਸੀ। ਇਸ ਆਇਤ ਦੇ ਹੁੰਦਿਆਂ ਹੋਇਆਂ ਹਜ਼ਰਤ ਸ਼ਾਹ ਵਲੀਉੱਲਾ ਔਰ ਕਾਸਿਮ ਨਨੂਤਵੀ ਰਹਿਮਹੁੱਲਾਹ ਤਾਲਾ ਇਹ ਕਿਉਂ ਆਖ ਗਏ ਨੇ ਕਿ ਖਾਤਮ ਦੇ ਮਤਲਬ ਜਿਹੜਾ ਉਹ ਜ਼ਮਾਨੀ ਲਿਹਾਜ਼ ਨਾਲ ਜਾਂ ਮਕਾਨੀ ਲਿਹਾਜ਼ ਨਾਲ ਨਹੀਂ ਹੈ, ਬਲਕਿ ਮਕਾਮ ਔਰ ਮਰਤਬੇ ਦੀ ਗੱਲ ਹੈ। ਕਿਉਂ ਇਹਦੇ ਉੱਤੇ ਬਹਿਸਾਂ ਛਿੜੀਆਂ ਰਹੀਆਂ ਨੇ? ਉਹ ਜਿਹੜੀਆਂ 6, 7, 8 ਸਦੀਆਂ ਬਹਿਸਾਂ ਛਿੜੀਆਂ ਨੇ, ਜਿਹਦੇ 'ਚ ਮੁਖਤਲਿਫ ਸਕੂਲ ਆਫ ਥਾਟਸ ਸਨ, ਜਾਂ ਇਬਨ ਅਰਬੀ ਨੇ ਜਿਹੜਾ ਮੌਕਫ ਅਪਣਾਇਆ, ਉਸ ਵੇਲੇ ਇੱਥੇ ਤੁਹਾਡੀ ਇਸ ਪਾਰਲੀਮੈਂਟ ਦੀ ਕੰਪੇਨਸ ਅਤੇ ਤੁਹਾਡਾ ਖਾਤਮ ਨਬੂਵਤ ਔਰ ਖਾਤਮ ਨਬੀਨ ਦੇ ਨਾਮ ਦੇ ਉੱਤੇ ਆਪਣੀਆਂ ਸੀਟਾਂ ਪੱਕੀਆਂ ਕਰਨਾ ਜਿਹੜਾ ਸੀ, ਉਹ ਤਾਂ ਉਹਨਾਂ ਦੇ ਪੇਸ਼ ਨਜ਼ਰ ਕੋਈ ਨਹੀਂ ਸੀ। ਔਰ ਹੁਣ ਸਵਾਲ ਉਠਾਉਂਦੇ ਨੇ ਲੋਕ ਕਿ ਕੀ ਵਜ੍ਹਾ ਕਿ ਸਿਰਫ ਪਾਕਿਸਤਾਨ ਦੇ ਵਿੱਚ ਹੀ ਕਿਉਂ ਤੋਹੀਨ ਤੇ ਸਾਰੇ ਮਸਾਇਲ ਇੰਨੇ ਜ਼ਿਆਦਾ ਨੇ। ਇਸ ਵਾਸਤੇ ਕਿ ਕੱਲਾ ਪਾਕਿਸਤਾਨ ਹੈ, ਪੂਰੇ ਆਲਮ ਇਸਲਾਮ ਦੇ ਵਿੱਚ ਕੱਲਾ ਪਾਕਿਸਤਾਨ ਹੈ ਜਿਸ ਆਪਣੇ ਸ਼ਹਿਰੀਆਂ ਦੇ ਉੱਤੇ ਫਰਜ਼ ਕਰਾਰ ਦਿੱਤਾ ਕਿ ਤੁਹਾਨੂੰ ਅਸਾਂ ਸ਼ਨਾਖਤੀ ਕਾਰਡ ਤਾਂ ਦੇਣਾ ਜੇ ਤੁਸੀਂ ਪਹਿਲਾਂ ਮਿਰਜ਼ਾ ਸਾਹਿਬ ਨੂੰ ਝੂਠਾ ਆਖੋ। ਇੱਕ ਐਸਾ ਬੰਦਾ ਜਿਹੜਾ ਆਂਦਾ ਮੈਂ ਖੁਦਾ ਵੱਲੋਂ ਆਇਆ, ਇਸ ਜ਼ਮਾਨੇ ਦੀਆਂ ਅਲਾਮਤਾਂ ਸਮੇਤ ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਪੇਸ਼ਗੋਈਆਂ ਦੇ ਔਰ ਖੁਸ਼ਖਬਰੀਆਂ ਦੇ ਮਿਸਦਾਕਮ ਹੈ, ਉਹਨੂੰ ਬਗੈਰ ਤਹਿਕੀਕ ਤੋਂ, ਬਗੈਰ ਕੰਸਰਨ ਤੋਂ ਆਮ ਜ਼ਿੰਦਗੀ 'ਚ ਤੁਸੀਂ ਨਬੀਆਂ ਰਸੂਲਾਂ ਅਤੇ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਅਹਿਮੀਅਤ ਦਿਲਚਸਪੀ ਰੱਖਦੇ ਹੋ ਕਿ ਨਹੀਂ ਉਹ ਰੱਖਦੇ। ਸ਼ਨਾਖਤੀ ਕਾਰਡ ਅਸਾਂ ਤੁਹਾਨੂੰ ਤਾਂ ਦੇਣਾ ਜੇ ਤੁਸੀਂ ਪਹਿਲਾਂ ਇਹਨੂੰ ਝੂਠਾ ਆਖੋ ਦੇ। ਹੋਰ ਕਿਸੇ ਮੁਲਕ ਨੇ ਇਹ ਜ਼ੁਲਮ ਨਹੀਂ ਕੀਤਾ, ਅਤੇ ਜੇ ਉਹਨਾਂ ਜ਼ੁਲਮ ਨਹੀਂ ਕੀਤਾ ਤੇ ਖੁਦਾ ਦੀ ਤਕਦੀਰ, ਅਸੀਂ ਤਾਂ ਬੜੇ ਧੜੱਲੇ ਨਾਲ ਆਖਾਂਦੇ ਕਿ ਖੁਦਾ ਦੀ ਤਕਦੀਰ, ਅਸੀਂ ਬਿਲਕੁਲ ਹੀ ਨਹੀਂ ਸਮਝਦੇ ਤੁਹਾਡੇ ਨਾਲ ਇਤਫਾਕੀ ਤੌਰ 'ਤੇ ਇੰਜ ਹੋ ਰਿਹਾ।
ये अल्लाह ताला दी तकदीर है। और जिवें पंजाबी जानते ना वल वल रस्सिया तो कुट कुट सोटिया, वो रस्सिया नाल तुहानूं वल के ते सोटिया नाल कुट के तुहाडे कोल मनवा रही है कि ये जुल्म तुसां कल्लियां कीता। इस जुल्म के उत्ते फखर तुसां कल्ले पे करदे हो। तुहाडी पार्लीमेंट ही जिहड़ी होर दुनिया च भला होर पार्लीमेंट कोई नहीं। मलेशिया तुहाडा सरखेल मुल्क है, जुरत नहीं उत्थे, उन्होंने नहीं जुरत पैंदी इस तरह नंगे तौर पर हो के खुदा ताला दे फैसलियां नूं चैलेंज करन दी। सऊदीया नूं की सी, सऊदीया भी इस हद तक नहीं जाता। और हुण तो बल्कि वो पैंदे ने कि अगले जुम्मे तो तबलीगी जमात नूं भी पैंदे ने कि ऑफिशियली बैन करो। तुहाडे पैरां थल्लों जमीन निकलदी जांदी है और तुहानूं अल्लाह ताला घेरदा पिया है। बचण दी इम्कान इस वास्ते, मतलब जेड़े बंदे आंदे ने ना कि जी इम्कान नहीं नज़र आ रहा, वो एड्डी गलती कोई नहीं उन्होंने लगी। जेड़े आम सैकुलर दानश्वर ने वो भी तुहाडे फैसले नूं समझदे ने। ते असीं जेड़े ना 3 चों ना 13 चों ना टोकरे वाले बेरां चों साडी किसी शुमार कतार च नहीं, पर सानूं दिसदा पिया भी गल किधर पई जांदी है। क्यों कि जेड़ा जुल्म तुसां खुदा तो डरिया बगैर बड़ी दलेरी नाल कीता है, उहदे हल तुसां कोई नहीं परतना। ते जे उस जुल्म दे उत्ते अनडू कीतियां बगैर, उस एग्जैक्ट उस जगह ते उंगली रखिया बगैर तुसी दोबारा तर जाओ, फिर पिछली तारीख अंबिया दे उत्ते मेरे नज़दीक तो फिर वो सारी क्वेश्चनेबल हो जाएगी। इंज नहीं हुंदा और एक खुदा ताला ते रंग ने, मतलब जे उन्हें साढ़े हथ बद्धी रखे ने कि नहीं तुहानूं नहीं इजाजत, अल्लाह दे हथ ते नहीं ना किसी ने फड़ के बन लेना। जिस टाइम खुदा ताला ने फैसला करना है कि नहीं उन्हें तुहानूं एक्सपोज करना है, और तुसां उहदी सत्तारी वाले जितने ऑप्शन सन वो सारे वर्के हत्थां नाल पाड़े ने। और हुण भी बेशर्मी है, उस तरह बेशर्मी, बेहयाई, बद लिहाजी। वो बकौल साडे राह गुलाम अहमद भट्टी सन, उन्हें आख्या ये हुण करू की ने, ये आंदे की ने खुदा नूं, इन्हां दी अखे जे गल दा या जो ये कानून बनाइंदे वदे न इन्हां दा तर्जमा किया जाए तो मतलब बे खुदा नूं पांदे न तूं हुंदा कौन साथों पुछिया बगैर करन वाला। और हकीकत है कि तुहाडा यही तुहाडा स्टांस है। बाकी रहा भी ये फौज वाले इन्हों डक सकते हैं कि नहीं डक सकते, उन्होंने की दिलचस्पी है कि नहीं दिलचस्पी है, हुकूमत किसी वक्त इन्हों नत्थ मार सकेगी कि नहीं, ये सारे उर्दू प्रोग्राम के सवाल उंज लिखे ने, उन्होंने उत्ते गल होवेगी। बाकी बंदे भी पे गल करते हैं, असीं भी करांदे जो सानूं समझ च आउंदी पई है। लेकिन सरे दस्ता पंजाबी प्रोग्राम इस वास्ते सी कि जे मैनूं उन्हें आख्या सी उमरा शाह दा जिहड़ा वो तेरियां टालियां कच के फैसला करे तो मैं तो उहदे कोलों कोई नहीं सी कराया। क्यों कि जिहदा प्रोफाइल ये वे कुत्तियां दी लड़ाई दे फैसले करदा वो साडे क्यों करे। ते तुसीं इस अपॉर्चुनिस्ट मौलवी नूं टाइटल दे के जे तुसां वजारत खारजा दे डिप्लोमैटिक और बैनुल अक़वामी ताल्लुकात ते कम इहदे कोलों ही लैणे ने, और इहदियां मुज़म्मतां ते श्रीलंका ने भी चुप कर जाना, और इहदियां मुज़म्मतां ते न्यूज़ वीक ने जो टाइटल लाए ने उन्होंने वापस ले लेने ने। तो फिर तुसी सारे घर जाओ, दिओ सारा कुछ इन्होंने मौलवियों नहीं तो चलान। पिछे है उन्होंने को मतलब फौज भी सारी इन्होंने डिस्पोजल तो दिओ, तो एटम बम भी दिओ, तो तुसी घर जाओ, तुसी तो करदे की पे मुछा मुन के, मतलब दाड़ियां वाले ध्यान मुछा मुना मुनिया ने वो चंगे नहीं तुहाडे नाल। तुहाडा रोल कोई नहीं जे साडे फैसले इन्ना करने ने, मुड़ तुसी की पे करदे हो। बिल्कुल उस तरह जिस तरह वो असिस्टेंट कमिश्नर हरीपुर ने एक बार नोटिफिकेशन जारी किया सी कि जी दाड़ी के डिज़ाइन पर अगर किसी हमाम वाले उत्ते हमला होया तो वह जिम्मेदार वो आप हो। तो मैं आख्या मुड़ तू नीली बत्ती बाल के गड्डी उत्ते क्यों फेरना पिया एज ए असिस्टेंट कमिश्नर, तुसी घर जाओ। फिर जे हमाम वाला नाई अपनी जान माल का आप जिम्मेदार है तो भाई तुसी मतलब हुकूमत की रेट की होंदी है जे तुहाडे फैसले उमरे शाह ते करने ने, तो मुड़ टालियां नहीं तुहानूं किसी बेचण देनियां। फिर उन्हें इंज ही आखना आ भी साडी है तो आ भी साडी है। हुण भी उन्होंने मूँह वेखो, उन्होंने नज़र पे आउंदा, उन्होंने तो शुक्र किया
कि इंज दी बदनामी मुल्क दी होवे ते साडी इन्हां नूं लोड़ पौंदी है। फिर आंदे ने जी हम आहंगी, वो केड़ी हम आहंगी? एक दूजे दे मगर नमाज तुहाडी हुंदी नहीं, हम आहंगी तुसां की करनी? बहरहाल ये नंगियां चिट्टियां साफ साफ गल्लां जे। तुसां उधर कोई नहीं परतना ते तुहाडे हालात ने पिछां कोई नहीं परतना। ते बाकी ये ना कि साडी एक माड़ी जी फुफी सी, तो उन्होंने किसी इंज करके आख्या मैं वेख ਲਾਂ ते ਅਸੀਂ ਤੁਹਾਨੂੰ इंज कर दें। छड़ो सके किसी बंदे ਦੀਆਂ दो कबरां भी कदी वेखियां? कबर हर बंदे दी इक्को ही। ਤੁਹਾਡੇ ਨਾਲ ਗੱਲ ਕਰਨ ਨਾਲ ਸਾਨੂੰ ਤੁਹਾਡਾ ਭਾਰ ਜਾਂ ਡਰ ਕੋਈ ਨਹੀਂ, ਲੇਕਿਨ ਗੱਲ ਹਕੀਕਤ ਇਹ ਵੇ ਕਿ ਤੁਸੀਂ ਪਾਕਿਸਤਾਨ ਦਾ ਬੇੜਾ ਗਰਕ ਕਰਦੇ ਪਏ ਹੋ, ਹੱਥੀਂ ਦਿੰਦੇ ਪਏ ਹੋ। ਕਿਉਂਕਿ ਅੱਗੇ ਜਿਹੜੇ ਮੈਂ ਉਹ ਕੱਲ੍ਹ ਸਵਾਲ ਉਰਦੂ ਪ੍ਰੋਗਰਾਮ ਵਿੱਚ ਉਠਾਏ ਨੇ, ਉਹਨਾਂ ਦਾ ਮਤਲਬ ਹੀ ਇਹ ਵੇ ਕਿ ਇਹ 22 ਕਰੋੜ ਜਿਹੜਾ ਨੇ ਉਹਨਾਂ ਦੇ ਉੱਤੇ ਫੌਜ, ਉਹਨਾਂ ਦੇ ਉੱਤੇ ਮੁਲਕ, ਉਹਨਾਂ ਦਾ ਇਨਫਰਾਸਟਰਕਚਰ, ਉਹ ਸਾਰਾ ਕੁਝ ਹੁਣ ਧੜਿਆਂ 'ਚ ਵੰਡਣਾ ਜੇ ਜਾਂ ਉਹਨੂੰ ਇੰਟੈਕਟ ਰੱਖਣਾ। ਇੰਟੈਕਟ ਰੱਖਣਾ ਤਾਂ ਉਹ ਇੰਜ ਨਹੀਂ ਹੋ ਸਕਦਾ। ਬਸ ਤੁਸੀਂ ਅੱਖਾਂ ਬੰਦ ਕਰਕੇ ਤੇ ਤੁਸੀਂ ਆਖੋ ਅਸੀਂ ਤੁਹਾਨੂੰ ਮੇਨ ਸਟਰੀਮ ਕਰਨ ਲੱਗੇ ਹਾਂ। ਬੱਚੇ ਮਾਰਨ ਵਾਲੇ ਵੀ ਮੇਨ ਸਟਰੀਮ ਹੋ ਜਾਣ ਤੇ ਪੁਲਿਸ ਵਾਲਿਆਂ ਨੂੰ ਮਾਰਨ ਵਾਲੇ ਵੀ ਮੇਨ ਸਟਰੀਮ ਹੋ ਜਾਣ। ਪੁਲਿਸ ਵਾਲਿਆਂ ਨੇ ਤਾਂ ਆਪਣਾ ਜਵਾਬ ਦੇ ਲਿਆ ਕਿ ਉਹ ਸਿਆਲਕੋਟ ਵਾਲੇ ਮੌਬ ਦਾ ਫੋਨ ਆਉਂਦਾ ਰਿਹਾ ਤੇ ਕੋਈ ਨਹੀਂ ਨਾ ਆਪਣੀ ਪੁਲਿਸ। ਉਹਨਾਂ ਆਖਿਆ ਜੀ ਮੌਬ ਹੈ ਹੀ ਬੜਾ ਵੱਡਾ ਸੀ। ਤੇ ਅਗਾਂ ਵੀ ਹੁਣ ਲਾਅ ਐਂਡ ਆਰਡਰ ਵਾਸਤੇ ਤੁਹਾਡੇ ਕੋਲ ਕੋਈ ਨਹੀਂ ਸ਼ੈ ਬਚੀ। ਇਹ ਕਾਨੂੰਨ ਰਹਿਣੇ ਨੇ, ਇਹਨਾਂ ਮੁਲਕ ਤਰੋੜਨਾ, ਇਹਨਾਂ ਮੁਲਕ ਦਾ ਬੇੜਾ ਗਰਕ ਕਰਨਾ। ਜੇ ਇਹਨਾਂ ਕਵਾਨੀਨ ਨੂੰ ਤਰੋੜ ਲਓ, ਇਹਨਾਂ ਨੂੰ ਰੀਵਿਜ਼ਿਟ ਕਰ ਲਓ, ਰਿਵਿਊ ਕਰ ਲਓ ਤੇ ਮੁੜ ਖੈਰ ਦੀ ਖਬਰ ਤੁਹਾਡੀ ਗੱਲ ਸੁਣਨ ਵਾਲੀ ਤਾਂ ਹੈ। ਵਰਨਾ ਇਮਰਾਨ ਖਾਨ ਪਿਆ ਤਕਰੀਰ ਕਰੇ, ਉਹਨੇ ਤਾਂ ਸਾਹਮਣੇ ਫਰੰਟ ਲਾਈਨ ਵਿੱਚ ਕਿਹੜਾ ਬੈਠਾ ਸੀ ਉਹਦੀ ਉਸ ਕੱਲ੍ਹ ਵਾਲੀ ਕਾਨਫਰੰਸ, ਜਿਹੜਾ ਸਿਆਲਕੋਟ 'ਚ ਅਹਿਮਦੀਆ ਮਸਜਿਦ ਜਿਹੜੀ ਹੈ ਉਹਨੂੰ ਤੋੜਨ ਔਰ ਮਿਸਮਾਰ ਕਰਨ ਦੇ ਵਿੱਚ ਜਿਹੜਾ ਅੱਗੇ ਸੀ ਨਾ ਉਸ ਵੇਲੇ, ਉਹ ਕੱਲ੍ਹ ਦੀ ਉਹਦੀ ਕਾਨਫਰੰਸ ਵਿੱਚ ਜਾਂ ਉਹਦੀ ਤਕਰੀਰ ਦੇ ਵਿੱਚ ਸਾਹਮਣੇ ਬੈਠਾ ਸੀ। ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਅੱਲਾਹ ਤਾਲਾ ਡੱਡਾ ਇਹਨਾਂ ਸਾਰੀਆਂ ਚੀਜ਼ਾਂ ਤੋਂ। ਹੁਣ ਮੈਂ ਗੱਲ ਮੁਕਾਉਂਦੇ ਹੋਇਆਂ ਸਿਰਫ ਇਹ ਨਹੀਂ ਦੱਸਣਾ, ਗੱਲ ਮੈਂ ਅੱਗੇ ਵੀ ਇਹ ਸੁਣਾਈ ਸੀ ਕਿ ਅਸੀਂ ਸ਼ਾਮੀ ਜਿਹੜੇ ਵੇਲੇ ਟਾਈਮ ਹੋ ਜਾਣਾ, ਬਾਂਗ ਹੋਣੀ ਤੇ ਦਾਦਾ ਜੀ ਸਾਡੇ ਉਹਨਾਂ ਨਿੱਕੇ ਨਿੱਕੇ ਸਾਂ ਤਾਂ ਉਹਨਾਂ ਕੋਲ ਚਲੋ ਛੋੜੋ ਬਾਂਗ ਹੋ ਗਈ, ਚਲੋ ਮਸੀਤੇ ਚਲੋ। ਉਹ ਅਸੀਂ ਅੱਗੇ ਲੱਗ ਕੇ ਭੱਜਦੇ ਕਿਸੇ ਪੈਰ ਧੋਤੇ, ਕਿਸੇ ਵਜ਼ੂ ਕੀਤਾ, ਅੱਧ ਪਚੱਦਾ ਤੋਂ ਅਸੀਂ ਭੱਜ ਜਾਣਾ ਮਸੀਤ ਵੱਲ ਨੂੰ। ਮੀਆਂ ਆਖਿਆ ਵਾਲਦ ਸਾਹਿਬ ਸਾਡੇ ਜਿਹੜੇ ਉਸ ਟਾਈਮ ਕਿਤੇ ਬਾਹਰੋਂ ਆਏ ਹੁੰਦੇ ਸਨ, ਤਾਂ ਉਹਨਾਂ ਬੰਜੀ ਸ਼ੰਜੀ ਡਾਈ ਪੱਖਾ ਲਾਇਆ ਅਤੇ ਉੱਥੇ ਆਪਣੇ ਕੋਈ ਰਜਿਸਟਰ ਅਤੇ ਕਾਗਜ਼ ਪੱਤਰ ਸਿੱਧੇ ਪੇ ਕਰਨੇ। ਅਤੇ ਉਹ ਵਿਛੀ ਮੰਜੀ ਜਿਹੜੀ ਸ਼ਾਮ ਨੂੰ ਹੁੰਦੀ, ਅੱਧਾ ਹਨੇਰਾ ਅੱਧਾ ਚਾਨਣ, ਅਤੇ ਉਹਦੇ ਨਾਲ ਪਾਵੇ ਤੋਂ ਉਹਨਾਂ ਨੂੰ ਪਿਸਤੌਲ ਵੀ ਟੰਗਿਆ ਹੁੰਦਾ ਸੀ। ਉਹ ਮੀਆਂ ਹੀ ਇੱਕ ਦੋ ਵਾਰੀ ਆਏ ਅਸੀਂ ਜਿਹੜੇ ਮਸੀਤੋਂ, ਅਤੇ ਮੀਆਂ ਵੇਖਿਆ ਕਿ ਉਹ ਵਾਲਦ ਸਾਹਿਬ ਸਾਡੇ ਮਸੀਤੇ ਕੋਈ ਨਹੀਂ ਗਏ। ਉਹਨਾਂ ਦਾ ਮੁੜ ਆਪਣਾ ਤਰੀਕਾ ਸੀ, ਤਾਂ ਇੰਝ ਆਏ ਨੇ ਤਾਂ ਪੱਕਾ ਜਿਹਾ ਮੂੰਹ ਕਰਕੇ ਉਹਨਾਂ ਆਖਿਆ ਯਾਰ ਛੋਰਾਂ ਨੂੰ ਮੈਂ ਆਨਾ ਚਲੋ ਤੋ ਸਾਰਿਆਂ ਨੂੰ ਸਾਝਾ ਜਿਹਾ ਚਲੋ ਉੱਠ ਕੇ ਮਸੀਤੇ ਚਲੋ। ਜਦ ਤੱਕ ਭੱਜ ਵਗਦੇ ਨੇ ਤੂੰ ਇੱਥੇ ਪਿਸਤੌਲ ਟੰਗ ਕੇ ਬੈਠਾ ਹੈ, ਖੁਦਾ ਨੂੰ ਕੀ ਲੱਗੇ ਵੀ ਤੇਰੇ ਕੋਲ 32 ਬੋਰ ਦਾ ਪਿਸਤੌਲ ਹੈ? ਖੁਦਾ ਡਾਢਾ ਹੈ ਇਸ ਗੱਲ ਨੂੰ, ਤੇ ਤੂੰ ਡਰ ਜਾਇਆ ਕਰ। ਆਹ ਗੱਲ ਉਹਦੇ ਤੋਂ ਬਾਅਦ ਫਿਰ ਮੀਆਂ ਦਾ ਇਸ਼ਾਰਾ ਕਰਨਾ ਅਤੇ ਆਪੂ ਨੇ ਉੱਠ ਕੇ ਮਸੀਤੇ ਟੁਰ ਜਾਣਾ। ਗੱਲ ਇਹ ਵੀ ਤੁਹਾਡੇ ਕੋਲ ਆਟਮ ਬੰਬ ਹੋਵੇ ਦਾ, ਤੁਸੀਂ ਬੜੀ ਫੌਜ ਹੋਵੋ ਅਤੇ ਤੁਸੀਂ ਬੜੀ ਹਕੂਮਤ ਹੋ ਗਏ, ਤੁਸੀਂ ਇੱਕ ਪੇਜ 'ਤੇ ਚੜ੍ਹ ਗਏ ਹੋ। ਪਰ ਜੇ ਇੱਕ ਪੇਜ 'ਤੇ ਚੜ੍ਹ ਕੇ ਤੁਸੀਂ ਖੁਦਾ ਨੂੰ ਹੀ ਸਿੱਧੇ ਹੋ ਜਾਓ ਤਾਂ ਤੁਸੀਂ ਖੁਦਾ ਤੋਂ ਨਾ ਡਰੋ ਅਤੇ ਆਪਣੀਆਂ ਜਿਹੜੀਆਂ ਉਠਾ ਪਟਕ ਹੈ ਉਹਦੇ 'ਚੋਂ ਤੁਸੀਂ ਅੱਲ੍ਹਾ ਨੂੰ ਧੋਖਾ ਦੇ ਕੇ ਜੇ ਖੁਦਾ ਨੂੰ ਸਿੱਧੇ ਹੋਣ ਵਾਲੀਆਂ ਕੰਮ ਕਰਨ ਲੱਗ ਪਓ, ਖੁਦਾ ਨੂੰ ਕੀ ਲੱਗੇ ਤੁਹਾਡੇ ਕੋਲ ਐਟਮ ਬੰਬ ਵੀ ਹੈ। ਇਸ ਵਾਸਤੇ ਰੱਬ ਤੋਂ ਡਰੋ। ਔਰ ਇਹ ਇੰਜ ਹੋਣ ਜਿੰਨਾ ਕੁ ਤੁਸੀਂ ਬੇੜਾ ਗਰਕ ਕਰ ਲਿਆ ਜਿਸ ਹੱਦ ਤੱਕ, ਸੌਖੀ ਜੀ ਇੱਕ ਲਾਈਨ ਦੀ ਗੱਲ ਹੈ ਕਿ ਜੇ ਇਹ ਕਵਾਨੀਨ ਜਿਹੜੇ ਨੇ ਇਹ ਕੁਰਾਨ ਔਰ ਸੁਨਨਤ ਔਰ ਰਸੂਲੁল্লাਹ ਸੱਲੱਲਾਹੁ ਅਲੈਹਿ ਵਸੱਲਮ ਦੀ ਸਨਦ ਰੱਖਦੇ ਨੇ ਅਤੇ ਇਹਦੇ 'ਤੇ ਗੱਲ ਕਰਨਾ, ਇਹਨਾਂ ਨੂੰ ਅਨਡੂ ਕਰਨ ਦੀ ਗੱਲ ਕਰਨਾ ਹੀ ਫਜ਼ੂਲ ਹੈ। ਅਤੇ ਜੇ ਇਹਨਾਂ ਦੀ ਸਨਦ ਕੋਈ ਨਹੀਂ ਤਾਂ ਤੁਸੀਂ ਇਹ ਮੌਲਵੀ ਵਾਸਤੇ ਬਣਾਏ ਨੇ, ਅਤੇ ਮੌਲਵੀ ਹੁਣ ਤੁਹਾਨੂੰ ਉਸ ਵਕਤ ਤੱਕ ਨਹੀਂ ਛੱਡ ਸਕਦਾ। ਕਵੇ ਜੇ ਸਰਬਰਾਹੀ ਕਰਨਗੇ ਅਤੇ ਤੁਹਾਨੂੰ ਮੁਰਦਾਰ ਤੱਕ ਅਪੜਾ ਕੇ ਛੱਡਣਗੇ। ਹਲਾਕਤ ਤੋਂ ਪਹਿਲਾਂ ਇਹਨੇ ਫਿਰ ਤੁਹਾਨੂੰ ਕੋਈ ਨਹੀਂ ਖਲੋਣ ਦੇਣਾ। ਤੁਸੀਂ ਇਸ ਕਾਨੂੰਨ ਦਾ ਤਹਫਜ਼ ਕਰਦੇ ਕਿਉਂ ਪਏ ਹੋ? ਇਹਨਾਂ ਸਾਰੇ ਕਵਾਨੀਨ ਦਾ ਮੌਲਵੀ ਵਾਸਤੇ ਪੇ ਕਰਦੇ ਹੋ। ਖੁਦਾ ਅਤੇ ਖੁਦਾ ਦੇ ਰਸੂਲ ਦੇ ਹੁਕਮ ਹੁੰਦਾ, ਅਸੀਂ ਗੱਲ ਹੀ ਨਹੀਂ ਸੀ ਕਰਨੀ। ਹੁਣ ਸਾਰੇ ਆਉਂਦੇ ਨੇ ਕਿ ਇਹਦੀ ਸਨਦ ਕੁਰਾਨ ਔਰ ਰਸੂਲ ਦੇ ਫਰਮੂਦਾਤ 'ਚ ਕੋਈ ਨਹੀਂ, ਫਿਰ ਇਹ ਬਣਾਏ ਕਾਹਦੇ ਲਈ ਜੇ? ਤਾਹਿਰ ਅਸ਼ਰਫੀ ਵਰਗਿਆਂ ਨੂੰ ਸਾਂਭਣ ਵਾਸਤੇ ਲਓ। ਫਿਰ ਤੁਸੀਂ ਵੇਖ ਲਓ ਫਿਰ ਜੇ ਮੌਲਵੀ ਬਚਦੇ ਨੇ ਜਾਂ ਪਾਕਿਸਤਾਨ ਬਚਦਾ। ਇਹ ਜੇ ਨੰਗੀਆਂ ਸਿੱਧੀਆਂ ਗੱਲਾਂ 'ਚ ਕਿਸੇ ਨੂੰ ਪਸੰਦ ਨੇ ਸੁਣ ਲਓ, ਨਹੀਂ ਪਸੰਦ
ਅਸੀਂ ਜਿੰਨਾ ਚਿਰ ਖੁਦਾ ਨੇ ਰੱਖਣਾ ਉਹਨਾਂ ਚਿਰ ਰਹਿਣਾ, ਜਿਹੜੇ ਆਖੋ ਅਗਾਂ ਟੱਲੋ ਉਹ ਟੁਰ ਜਾਂਦੇ। मगर उमरे शाहू दे कोलों टालियां दे फैसले मैं कोई नहीं करवाए, तुसां कराने ने ते असीं उहदे च मगर भी तुहाडे कोई नहीं। फी अमान अल्लाह। अस्सलाम वालेकुम।